ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਰੱਬ ਦਾ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਸਤਿਗੁਰੂ ਜੀ ਦੇ ਦਰ ਤੇ ਜੁੜ ਕੇ ਬੈਠਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਨੇ ਗੁਰੂ ਕੇ ਪਿਆਰੇ ਕੀਰਤਨੀਆਂ ਕੋਲੋਂ ਸਰਵਣ ਕੀਤਾ। ਸਤਿਗੁਰੂ ਜੀ ਸੋਝੀ ਦਿੰਦੇ ਨੇ ਕਿ ਵਾਹਿਗੁਰੂ ਦੀ ਤਲਾਸ਼ ਹਰ ਬੰਦਾ ਕਰ ਰਿਹਾ ਹੈ। ਹਰ ਕੋਈ ਆਪੋ ਆਪਣੇ ਢੰਗ ਰਾਹੀਂ ਉਸੇ ਨੂੰ ਖੋਜਣ ਦਾ ਯਤਨ ਕਰ ਰਿਹਾ ਹੈ। ਮਨੁੱਖ ਜੇ ਗਹਿਰੇ ਦੇਖਿਆ ਜਾਵੇ ਤਾਂ ਇਹਦੀ ਚੀਜ਼ਾਂ ਨੂੰ ਹਾਸਲ ਕਰਨ ਦੀ, ਪੈਸੇ ਨੂੰ ਹਾਸਲ ਕਰਨ ਦੀ ਜਿਹੜੀ ਬਿਰਤੀ ਹੈ ਨਾ, ਕਿ ਮੈਂ ਬਹੁਤ ਅਮੀਰ ਹੋ ਜਾਵਾਂ, ਉਸ ਵਿੱਚ ਵੀ ਪ੍ਰਮਾਤਮਾ ਦੀ ਹੀ ਖੋਜ ਛਿਪੀ ਹੈ। ਵੱਡੇ ਹੋਣ ਵਿੱਚ, ਵੱਡਾ ਆਦਮੀ ਹੋਣ ਵਿੱਚ, ਉੱਚਾ ਰੁਤਬਾ, ਵੱਡਾ ਰੁਤਬਾ ਹਾਸਲ ਕਰਨ ਵਿੱਚ ਵੀ ਪ੍ਰਮਾਤਮਾ ਦੀ ਹੀ ਖੋਜ ਹੈ। ਜਰਾ ਗਹਿਰੇ ਦੇਖਣ ਦਾ ਯਤਨ ਕਰਨਾ। ਬੰਦਾ ਬਹੁਤ ਵੱਡਾ ਹੋਣਾ ਚਾਹੁੰਦਾ ਹੈ ਤੇ ਵੱਡੇ ਹੋਣ ਵਾਸਤੇ ਜੋ ਉਸ ਨੂੰ ਸਮਝ ਵਿੱਚ ਆਉਂਦਾ ਹੈ ਕਿ ਇਹੀ ਹੈ ਕਿ ਪੈਸਾ ਹੋਵੇ ਬਹੁਤ ਸਾਰਾ, ਬਹੁਤ ਸਾਰੀ ਦੌਲਤ ਸ਼ੋਹਰਤ ਹੋਵੇ, ਬਹੁਤ ਉੱਚਾ ਰੁਤਬਾ ਹੋਵੇ, ਬੜਾ ਵੱਡਾ ਅਹੁਦਾ ਹੋਵੇ, ਫਿਰ ਮੈਂ ਵੱਡਾ ਹੋਵਾਂਗਾ। ਵੱਡਾ ਘਰ, ਵੱਡੀਆਂ ਕਾਰਾਂ, ਉਹਨਾਂ ਦੇ ਨਾਲ ਵੱਡਾ ਹੋਵਾਂਗਾ। ਬੰਦਾ ਇਹਨਾਂ ਸਭ ਚੀਜ਼ਾਂ ਨੂੰ ਹਾਸਲ ਕਰ ਲੈਂਦਾ ਹੈ, ਪਰ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਖਾਲੀ ਹੀ ਮਹਿਸੂਸ ਕਰਦਾ। ਇਹ ਸਭ ਚੀਜ਼ਾਂ ਪ੍ਰਾਪਤ ਕਰ ਲੈਂਦਾ ਦੇਰ ਸਵੇਰ, ਪਰ ਫਿਰ ਵੀ ਉਹ ਵੱਡਾ ਨਹੀਂ ਹੋ ਪਾਉਂਦਾ। ਅਸਲ ਵਿੱਚ ਬੰਦੇ ਦੀ ਤਲਾਸ਼ ਉਸ ਪ੍ਰਮਾਤਮਾ ਦੀ ਹੈ, ਕਿਉਂਕਿ ਉਸ ਵੱਡੇ ਨਾਲ ਜੁੜੇ ਬਿਨਾਂ ਬੰਦਾ ਵੱਡਾ ਨਹੀਂ ਹੁੰਦਾ। ਬੰਦਾ ਪੈਸੇ ਨਾਲ ਜੁੜਨਾ ਚਾਹੁੰਦਾ ਹੈ, ਪੈਸੇ ਨਾਲ ਜੁੜ ਕੇ ਇਹ ਵੱਡਾ ਹੋ ਨਹੀਂ ਪਾਉਂਦਾ। ਵੱਡੇ ਰੁਤਬੇ ਹਾਸਲ ਕਰਕੇ ਇਹ ਵੱਡਾ ਨਹੀਂ ਹੋ ਪਾਉਂਦਾ। ਉਸ ਵਾਹਿਗੁਰੂ ਨਾਲ ਜੁੜ ਕੇ ਇਹ ਵੱਡਾ ਹੁੰਦਾ ਹੈ, ਉਸ ਪਰਮੇਸ਼ਰ ਨਾਲ ਜੁੜ ਕੇ। ਇਸ ਲਈ ਜੁੜਨਾ ਉਹਦੇ ਨਾਲ ਹੀ ਚਾਹੁੰਦਾ ਹੈ, ਪਰ ਇਸ ਨੂੰ ਖੁਦ ਨੂੰ ਵੀ ਨਹੀਂ ਪਤਾ ਹੈ ਕਿ ਇਹ ਉਹਦੇ ਨਾਲ ਜੁੜਨਾ ਚਾਹੁੰਦਾ ਹੈ। ਇਸ ਲਈ ਮਾਇਆ ਮਗਰ ਦੌੜਦਾ ਰਹਿੰਦਾ ਹੈ, ਚੀਜ਼ਾਂ ਮਗਰ ਦੌੜਦਾ ਰਹਿੰਦਾ ਹੈ, ਵਸਤੂਆਂ ਮਗਰ, ਪੈਸੇ ਮਗਰ ਦੌੜਦਾ ਰਹਿੰਦਾ ਹੈ। ਇਹਦੀ ਦੌੜ ਸੰਸਾਰ ਮਗਰ ਹੋ ਜਾਂਦੀ ਹੈ। ਇਸ ਲਈ ਜਦੋਂ ਚੀਜ਼ਾਂ ਹਾਸਲ ਕਰ ਲੈਂਦਾ ਹੈ ਤਾਂ ਫਿਰ ਲੱਗਦਾ ਹੈ ਕਿ ਥੋੜੀਆਂ ਨੇ, ਸ਼ਾਇਦ ਇਸ ਕਰਕੇ ਕੁਝ ਹਾਸਲ ਨਹੀਂ ਹੋ ਰਿਹਾ, ਇਸ ਕਰਕੇ ਸੁੱਖ ਨਹੀਂ ਮਿਲ ਰਿਹਾ। ਜ਼ਿਆਦਾ ਹੋਵੇਗਾ ਤਾਂ ਮਿਲੇਗਾ। ਇਸ ਲਈ ਜ਼ਿਆਦਾ ਹਾਸਲ ਕਰਨ ਵਾਲੇ ਪਾਸੇ ਨੂੰ ਤੁਰ ਜਾਂਦਾ ਹੈ। ਸਤਿਗੁਰੂ ਕਹਿੰਦੇ ਇੰਜ ਵੀ ਫਿਰ ਇਸ ਨੂੰ ਕੋਈ ਸੁੱਖ ਹਾਸਲ ਨਹੀਂ ਹੁੰਦਾ। ਉਸ ਵਾਹਿਗੁਰੂ ਦੀ ਖੋਜ ਵਿੱਚ ਹੀ ਲੱਗੇ ਹੋਏ ਨੇ ਸਭ। ਉਸ ਪਰਮੇਸ਼ਰ ਦੀ ਹੀ ਖੋਜ। ਉਸ ਪਰਮੇਸ਼ਰ ਨੂੰ ਆਨੰਦ ਕਿਹਾ, ਸਦਾ ਸੱਚ ਦਾ ਆਨੰਦ।
उस वाहिगुरू नूं सुख कहा कि वह परमेश्वर सुख है, वो परमेश्वर आनंद है। तो उस आनंद नूं ही हासिल करने की सारी दुनिया कोशिश कर रही है, पैसे राही, चीज़ां राही, रुतबियां राही, औलाद राही, सब कासे राही बंदा उस आनंद नूं ही हासिल करने का यतन कर रहा है। इसलिए उस वाहिगुरू तक पहुँचण दे उन्ने ही मार्ग ने जिन्ने इस दुनिया के उपर मनुख ने, क्योंकि हर बंदा वो जिहो जे रस नाल भरिया है, वो उहो जे रस नाल ही उस वाहिगुरू तक अपड़ सकता है। सतगुरु कहंदे जिहड़े उस वाहिगुरू दे रंग विच रंगे ने वो उहदी तलाश विच लगे हुए ने। जिन्हां नूं तां ये समझ आ गई कि माया विच सुख नहीं है, जिन्हां नूं ये समझ आ गई कि चीज़ां विच कुछ नहीं पिया, बेशक जिन्नियां मर्जी हासिल कर लीए इन्हां विचों कुछ हासिल होना नहीं, ये झूठ ही है, इस सुपने तो बद के होर कुछ भी नहीं। कि जिमें सुपने विच चीज़ां बड़ियां प्यारियां लगदियां, सुपने विच बंदा बहुत कुछ हासिल कर लैंदा है, वो कुछ भी जिहड़ा इन्हें कदे सोचिया भी नहीं हुंदा सुपने विच वो भी मिल जाता है। पर जिमें ही अख खुलती है तो दिखाई दिंदा है कि ये तो है ही नहीं, कुछ भी नहीं है, सिर्फ एक भरम सी, एक सुपना सी बस। इस संसार दीयां चीज़ां सुपने जैसियां ही ने, लगदियां सच ने, लगता है चीज़ां विच सुख है, लगता है कि आ विषयां वकारां विच सुख है, पर इन्हां नूं भोग लैण तो बाद कुछ भी हासिल नहीं हुंदा। चीज़ां हासिल कर लैण तो बाद कुछ भी हासिल नहीं हुंदा, फिर भी बंदा खाली दा खाली ही रहिंदा है। इसलिए सतगुरु कहंदे कि भगत इस गल नूं जाण लैंदा है, जिन्हें इस गल नूं जाण लिया कि यह व्यर्थ है, इसकी व्यर्थता नूं जाण लो। कोई भी चीज़ है उहदी व्यर्थता जाण लो, जदों उहदी व्यर्थता जाण लोगे तो फिर अपने आप ही उहदे तो छुटकारा हो जाएगा, उहनूं छड्डना नहीं पवेगा। लोग जां तां चीज़ां नूं फड़न, चीज़ां नूं इकट्ठा करन वाले पासे नूं तुरदे ने, जां लोग चीज़ां नूं छड्डण वाले पासे नूं तुरदे ने। दुनिया बस दो ही तरीकिਆਂ ਨਾਲ चलदी, जां छड्ड दिओ जां फड़ लवो, जां बहुत सारा पैसा इकट्ठा कर लो जां पैसे नूं ठोकर मार दिओ। दुनिया इस तरह चलती है, किसी चीज़ नूं छड्डण दी लोड़ नहीं, किसी नूं पकड़न दी लोड़ नहीं, बस उस चीज़ की व्यर्थता नूं जाण लो, उहदी सच्चाई नूं जाण लो। जदों उहदी सच्चाई जाण लैंदे आ, उहदा सच जाण लैंदे आ, फिर उहनूं छड्डना नहीं पैंदा, वो अपने आप छुट जांदा है, वो अपने आप ही डिग पैंदा है। इसलिए ज्ञान तो वड्डी कोई चीज़ नहीं है। ज्ञान तो वड्डी कोई वस्तु नहीं है। जदों सानू ज्ञान हासिल हो जाता है, जदों सानू सच की सोझी आ जाती है, तदों जो कुछ भी व्यर्थ हुंदा है वो डिग पैंदा है। जिवें हनेरे दे विच सानू कुछ नहीं पता लगता, हनेरे विच असीं किहड़ी चीज़ पकड़ लैंदे आ, सप पकड़ लीए जां रस्सी, की पता चलता है? कुछ भी नहीं। सप नूं फड़ लीए चाहे रस्सी नूं फड़ लीए, पर जदों चानण हुंदा है तां पता चलता है कि ये तो सप सी जां ये तो रस्सी सी। इसलिए हनेरे विच बंदा उलझिया रहिंदा है, गलत नूं सही ते सही नूं गलत समझ लैंदा है, हनेरे विच दुख नूं सुख ते सुख नूं दुख समझ लैंदा है। इस करके सतगुरु समझाउंदे, जिन्हां ने सच नूं जाण लिया वो वाहिगुरू की खोज वाल नूं तुर पैंदे। जिन्हां जाण लिया कि सब व्यर्थ है,
ਇਹ ਰੂਪ ਰੰਗ ਹਮੇਸ਼ਾ ਨਹੀਂ ਰਹਿੰਦਾ, ਪੈਸਾ ਹਮੇਸ਼ਾ ਨਹੀਂ ਰਹਿੰਦਾ, ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ, ਇਹ ਜੀਵਨ ਹਮੇਸ਼ਾ ਨਹੀਂ ਰਹਿੰਦਾ, ਕੁਛ ਵੀ ਹਮੇਸ਼ਾ ਨਹੀਂ ਰਹਿੰਦਾ। ਜਿਨ੍ਹਾਂ ਇਹ ਜਾਣ ਲਿਆ ਉਹ ਉਸ ਦੀ ਤਲਾਸ਼ ਵਿੱਚ ਤੁਰਦੇ ਨੇ ਜਿਹੜਾ ਹਮੇਸ਼ਾ ਰਹਿੰਦਾ ਹੈ, ਜੋ ਸਦੀਵ ਰਹਿੰਦਾ ਹੈ, ਉਹ ਪਰਮੇਸ਼ਰ ਹੈ। ਤੇ ਫਿਰ ਉਹ ਉਹਦੇ ਰੰਗ ਵਿੱਚ ਰੰਗਦੇ ਨੇ। ਉਹਨਾਂ ਨੂੰ ਮਾਇਆ ਦਾ ਰੰਗ ਨਹੀਂ ਦੇਖੋਗੇ ਤੁਸੀਂ, ਉਹਨਾਂ ਨੂੰ ਪਰਮੇਸ਼ਰ ਦਾ ਰੰਗ ਚੜ੍ਹਿਆ ਦੇਖੋਗੇ। ਸਤਿਗੁਰੂ ਨੇ ਜ਼ਿਕਰ ਕੀਤਾ ਹੈ ਦੋਹਾਂ ਹੀ ਪੁਰਸ਼ਾਂ ਦਾ, ਇੱਕ ਉਹ ਜਿਹਨੂੰ ਮਾਇਆ ਦਾ ਰੰਗ ਚੜ੍ਹਿਆ, ਇੱਕ ਉਹ ਜਿਹਨੂੰ ਪਰਮੇਸ਼ਰ ਦਾ ਰੰਗ ਚੜ੍ਹਿਆ। ਦੋਨਾਂ ਦੇ ਵਿੱਚ ਕੁਝ ਚੀਜ਼ਾਂ ਕਾਮਨ ਨੇ। ਮਾਇਆਧਾਰੀ ਬੰਦੇ ਨੂੰ ਸੱਚ ਦੀ ਗੱਲ ਚੰਗੀ ਨਹੀਂ ਲੱਗਦੀ, ਉਹਨੂੰ ਨਹੀਂ ਪਾਉਂਦਾ, ਉਸ ਨੂੰ ਹਰ ਗੱਲ ਮਾਇਆ ਦੀ ਹੀ ਸੁਣਨ ਨੂੰ ਪਾਉਂਦੀ ਹੈ। ਸਤਿਗੁਰੂ ਕਹਿੰਦੇ ਉਹ ਇੱਕ ਤਰ੍ਹਾਂ ਨਾਲ ਅੰਨਾ ਤੇ ਬੋਲਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਜੋ ਅੰਨਾ ਤੇ ਬੋਲਾ ਹੈ ਕਿਉਂਕਿ ਉਹ ਮਾਇਆ ਤੋਂ ਬਿਨਾਂ ਹੋਰ ਕੁਝ ਦੇਖਦਾ ਨਹੀਂ, ਮਾਇਆ ਤੋਂ ਬਿਨਾਂ ਹੋਰ ਕੁਝ ਸੁਣਦਾ ਨਹੀਂ, ਬਸ ਇਸ ਰੋਲ ਘਚੋਲ ਵਿੱਚ ਹੀ ਉਲਝਿਆ ਰਹਿੰਦਾ। ਗੁਰਮੁਖ ਜੋ ਹੈ, ਜੋ ਦੂਸਰਾ ਪੁਰਸ਼ ਹੈ, ਉਹ ਜੋ ਵੀ ਦੇਖਦਾ ਹੈ ਬ੍ਰਹਮ ਹੈ, ਜੋ ਵੀ ਸੁਣਦਾ ਹੈ ਉਹ ਬ੍ਰਹਮ ਹੈ। ਉਹ ਮਾਇਆ ਨੂੰ ਵੀ ਦੇਖਦਾ ਹੈ ਤਾਂ ਉਸ ਨੂੰ ਬ੍ਰਹਮ ਨਜ਼ਰ ਆਉਂਦਾ ਹੈ, ਉਹ ਸੰਸਾਰ ਨੂੰ ਵੀ ਦੇਖਦਾ ਹੈ ਤਾਂ ਉਹਨੂੰ ਨਿਰੰਕਾਰ ਨਜ਼ਰ ਆਉਂਦਾ ਹੈ। ਉਹ ਦੁਨਿਆਵੀ ਗੀਤ ਵੀ ਸੁਣਦਾ ਹੈ ਤਾਂ ਉਹਨੂੰ ਪ੍ਰਮਾਤਮਾ ਹੀ ਉਹਦੇ ਵਿੱਚੋਂ ਸੁਣਦਾ ਹੈ, ਕਿਉਂਕਿ ਉਹਦੀ ਬਿਰਤੀ ਉੱਥੇ ਲੱਗੀ। ਤੇ ਮਾਇਆਧਾਰੀ ਬੰਦਾ ਉਹ ਧਰਮ ਦਾ ਗੀਤ ਵੀ ਸੁਣੇ ਤਾਂ ਉਹਦੇ ਵਿੱਚੋਂ ਵੀ ਉਹ ਕੋਈ ਹੋਰ ਗੀਤ ਲੱਭ ਲੈਂਦਾ, ਉਹ ਉਹਦੇ ਵਿੱਚੋਂ ਵੀ ਇਹੀ ਲੱਭਣ ਦੀ ਕੋਸ਼ਿਸ਼ ਕਰਦਾ ਕਿ ਕਿਸੇ ਗੀਤ ਦੀ ਟੂਨ ਤੇ ਨਹੀਂ ਹੈ, ਉਹ ਉਸ ਵਿੱਚੋਂ ਵੀ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਤੇ ਗੁਰਮੁਖ ਜੋ ਹੈ ਉਹ ਦੁਨਿਆਵੀ ਗੀਤ ਵਿੱਚੋਂ ਵੀ ਰੱਬ ਨੂੰ ਦੇਖ ਲੈਂਦਾ ਹੈ, ਉਹ ਉਹਦੇ ਰਾਹੀਂ ਵੀ ਰੱਬ ਨਾਲ ਜੁੜ ਜਾਂਦਾ ਹੈ, ਕਿਉਂਕਿ ਪੌੜੀ ਤੇ ਇੱਕੋ ਹੀ ਹੈ, ਉਹੀ ਤਾਂ ਨੂੰ ਲਿਜਾਏਗੀ, ਉਹੀ ਹੇਠਾਂ ਨੂੰ ਲਿਜਾਏਗੀ। ਪੈਸਾ ਤੁਹਾਨੂੰ ਹੇਠਾਂ ਨੂੰ ਵੀ ਲਿਜਾ ਸਕਦਾ ਤੇ ਉਤਾਂਹ ਨੂੰ ਵੀ ਲਿਜਾ ਸਕਦਾ, ਡਿਪੈਂਡ ਕਰਦਾ ਹੈ ਕਿ ਅਸੀਂ ਉਸ ਦਾ ਇਸਤੇਮਾਲ ਕੈਸਾ ਕਰਦੇ ਹਾਂ, ਅਸੀਂ ਚੀਜ਼ਾਂ ਨੂੰ ਕਿਵੇਂ ਵਰਤਦੇ ਹਾਂ। ਉਹਨਾਂ ਚੀਜ਼ਾਂ ਰਾਹੀਂ ਨਰਕ ਵਿੱਚ ਜਾਂਦੇ ਹਾਂ ਜਾਂ ਇਹਨਾਂ ਚੀਜ਼ਾਂ ਰਾਹੀਂ ਸਵਰਗ ਵਿੱਚ ਜਾਂਦੇ ਹਾਂ, ਇਹ ਸਾਡੇ ਉੱਪਰ ਨਿਰਭਰ ਕਰਦਾ ਹੈ। ਚੀਜ਼ਾਂ ਬੰਦੇ ਨੂੰ ਨਰਕ ਵਿੱਚ ਨਹੀਂ ਲੈ ਕੇ ਜਾਂਦੀਆਂ, ਬੰਦੇ ਨੂੰ ਨਰਕ ਵਿੱਚ ਜਾਂ ਸਵਰਗ ਵਿੱਚ, ਦੁੱਖ ਵਿੱਚ ਜਾਂ ਸੁੱਖ ਵਿੱਚ ਬੰਦੇ ਦੀ ਬਿਰਤੀ ਲੈ ਕੇ ਜਾਂਦੀ ਹੈ, ਇਹਦਾ ਸੁਭਾਅ ਲੈ ਕੇ ਜਾਂਦਾ ਹੈ। ਉਸੇ ਚੀਜ਼ ਨੂੰ ਵਰਤ ਕੇ ਕੋਈ ਬੰਦਾ ਸਵਰਗ ਅੱਪੜ ਜਾਂਦਾ ਹੈ, ਉਸੇ ਨੂੰ ਵਰਤ ਕੇ ਕੋਈ ਨਰਕ ਅੱਪੜ ਜਾਂਦਾ ਹੈ। ਉਸੇ ਚੀਜ਼ ਨੂੰ ਵਰਤ ਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਸੇ ਚੀਜ਼ ਨੂੰ ਵਰਤ ਕੇ ਕੋਈ ਬੰਦਾ ਜੀਵਨ ਹਾਸਲ ਕਰ ਲੈਂਦਾ ਹੈ। ਐਸਾ ਹੈ, ਸੱਪ ਦੀ ਜ਼ਹਿਰ ਮੌਤ ਵੀ ਦਿੰਦੀ ਹੈ ਤੇ ਸੱਪ ਦੀ ਜ਼ਹਿਰ ਜੀਵਨ ਵੀ ਦਿੰਦੀ ਹੈ। ਦੋਨੋਂ ਚੀਜ਼ਾਂ, ਜੀਵਨ ਵੀ ਉਹਦੇ ਵਿੱਚ ਹੀ ਛਿਪਿਆ ਤੇ ਮੌਤ ਵੀ ਉਹਦੇ ਵਿੱਚ ਹੀ ਛਿਪੀ ਹੈ। ਡਿਪੈਂਡ ਕਰਦਾ ਹੈ ਕਿ ਬੰਦਾ ਉਸ ਨੂੰ ਕਿਵੇਂ ਵੇਖਦਾ ਹੈ ਜਾਂ ਕਿਵੇਂ ਜਾਣਦਾ ਹੈ। ਸੱਪ ਦੀ ਜ਼ਹਿਰ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤੀ ਜਾਂਦੀ ਜਿਹਦੇ ਨਾਲ ਜੀਵਨ ਮਿਲਦਾ ਹੈ, ਤੇ ਸੱਪ ਦੀ ਜ਼ਹਿਰ ਮੌਤ ਵੀ ਦਿੰਦੀ ਹੈ, ਉਹ ਜ਼ਹਿਰ ਦਾ ਕੰਮ ਵੀ ਕਰਦੀ ਹੈ। ਇਸ ਲਈ ਅਸੀਂ ਮਾਇਆ ਨੂੰ ਕਿਵੇਂ ਦੇਖਦੇ ਹਾਂ, ਸੰਸਾਰ ਨੂੰ ਕਿਵੇਂ ਵੇਖਦੇ ਹਾਂ, ਇਹ ਸਾਡੇ ਤੇ ਨਿਰਭਰ ਕਰਦਾ ਹੈ। ਸਤਿਗੁਰੂ ਕਹਿੰਦੇ ਜਿਹਨੇ ਸੱਚ ਵੇਖ ਲਿਆ, ਜਿਹਨੇ ਅਸਲੀਅਤ ਨੂੰ ਜਾਣ ਲਿਆ, ਜਿਹਨੇ ਵੇਖ ਲਿਆ ਕਿ ਇਹ ਵਿਅਰਥ ਹੈ, ਸਭ ਕੁਝ ਇੱਥੇ ਕੁਝ ਵੀ ਨਹੀਂ ਰਹਿਣਾ, ਇਸ ਲਈ ਉਹ ਸੱਚ ਦੀ ਤਲਾਸ਼ ਵਿੱਚ ਹੋ ਤੁਰਿਆ, ਉਹ ਵਾਹਿਗੁਰੂ ਵਾਲੇ ਪਾਸੇ ਨੂੰ ਹੋ ਤੁਰਿਆ। ਉਹਨੂੰ ਫਿਰ ਵਾਹਿਗੁਰੂ ਦਾ ਰੰਗ ਚੜਿਆ, ਉਹਨੂੰ ਮਾਇਆ ਦਾ ਰੰਗ ਨਹੀਂ, ਉਹਨੂੰ ਪਰਮੇਸ਼ਰ ਦਾ ਰੰਗ ਚੜਿਆ। ਉਹਨੂੰ ਹਰ ਚੀਜ਼ ਵਿੱਚੋਂ ਉਹੀ ਦਿਸਦਾ ਹੈ, ਉਹੀ ਸੁਣਦਾ ਹੈ, ਉਹਨੂੰ ਹਰ ਗੀਤ ਉਹਦਾ ਹੀ ਸੁਣਾਈ ਦਿੰਦਾ ਹੈ,
ਉਹਨੂੰ ਹਰ ਸ਼ਬਦ ਉਹਦਾ ਹੀ ਲੱਗਦਾ ਹੈ, ਉਹਨੂੰ ਹਰ ਰੂਪ ਉਹਦਾ ਹੀ ਦਿਸਦਾ ਹੈ, ਸਭ ਕੁਝ ਉਸੇ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੋ ਕਾਰਨ ਸਾਹਿਬਾ ਰੰਗ ਰਤੇ। हे सच्चे पातशाह, तेरे कारण, तेरे करके तेरे रंग विच रंगे गए ने भगत, तेरे रंग विच रंगिया गया। वो तेनू लभदा लभदा, तेनू तलाशदा तलाशदा, वो तेरे जैसा ही हो गया है। वो ओदे जैसा ही हो गया। ਉਹਦਾ ਨਾਮ ਲੈਂਦਿਆਂ ਲੈਂਦਿਆਂ ਉਹੀ ਹੋ ਗਿਆ। ਕਬੀਰ ਸਾਹਿਬ ਦਾ ਤੁਸੀਂ ਬਚਨ ਪੜ੍ਹੋ ਉਹਨਾਂ ਦੀ ਬਾਣੀ ਵਿੱਚ। ਕਬੀਰ ਸਾਹਿਬ ਕਹਿੰਦੇ ਕਿ ਕਬੀਰ ਪਰਮਾਤਮਾ ਦਾ ਨਾਮ ਲੈਂਦਾ ਲੈਂਦਾ, ਕਬੀਰ ਖੁਦਾ ਦਾ ਨਾਮ ਜਪਦਾ ਜਪਦਾ ਖੁਦਾ ਵਰਗਾ ਹੋ ਗਿਆ। ਇਸ ਲਈ ਕਬੀਰ ਸਾਹਿਬ ਕਹਿੰਦੇ ਮੇਰੇ ਵਿੱਚ ਹੁਣ ਮੈਂ ਬਚਿਆ ਹੀ ਨਹੀਂ, ਕਿ ਕਬੀਰ ਤੂੰ, ਕਬੀਰਾ ਤੂੰ, तेरा नाम कबीर, कि तू ही तू हो गया, मैं तो है ही नहीं हूँ। ਉਹਦਾ ਨਾਮ ਲੈਂਦਿਆਂ ਤੂੰ ਤੂੰ ਕਰਤਾ ਤੂੰ ਪਿਆ, ਕਿ ਤੇਰਾ ਨਾਮ ਲੈਂਦਿਆਂ ਲੈਂਦਿਆਂ ਤੂੰ ਹੀ ਹੋ ਗਿਆ। ਮੁਝ ਮੈਂ ਰਹਾ ਨਾ ਹੂੰ, ਮੈਂ ਹੁਣ ਹੈ ਹੀ ਨਹੀਂ। ਇਸ ਲਈ ਜਦੋਂ ਉਸ ਨੂੰ ਸਿਮਰਨ ਲੱਗ ਜਾਂਦੇ ਆ, ਜਦੋਂ ਉਸੇ ਨੂੰ ਧਿਆਉਣ ਲੱਗ ਜਾਂਦੇ ਆ, ਤਾਂ ਉਹਦੇ ਤੋਂ ਬਿਨਾਂ ਸਾਡੇ ਮਨ ਵਿੱਚ ਜਦੋਂ ਕੁਝ ਹੁੰਦਾ ਹੀ ਨਹੀਂ, ਤਾਂ ਉਹਦਾ ਹੀ ਰੰਗ ਚੜ੍ਹਨ ਲੱਗ ਜਾਂਦਾ ਹੈ, ਉਹਦੇ ਗੁਣ ਆਉਣ ਲੱਗ ਜਾਂਦੇ ਨੇ ਸਾਡੇ ਅੰਦਰ। ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। हे ਵਾਹਿਗੁਰੂ, ਤੇਰੇ ਅਨੇਕਾਂ ਨਾਮ ਨੇ, ਅਨੇਕਾਂ ਬੇਅੰਤ ਤੇਰੇ ਨਾਮ ਨੇ। ਵਾਹਿਗੁਰੂ ਦੇ ਬੜੇ ਨਾਮ ਨੇ, ਤੁਸੀਂ ਉਹਨੂੰ ਕੋਈ ਵੀ ਨਾਮ ਲੈ ਕੇ ਯਾਦ ਕਰ ਲਵੋ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਨਾਮ ਨਾਲ ਵਾਹਿਗੁਰੂ ਨੂੰ ਚੇਤੇ ਕਰਦੇ ਹੋ। ਕੋਈ ਵੀ ਨਾਮ, ਉਹ ਨਾਮ ਤੁਹਾਨੂੰ ਉਸ ਵਾਹਿਗੁਰੂ ਨਾਲ ਜੋੜ ਦੇਗਾ। ਨਾਮ ਤਾਂ ਅਸਲ ਵਿੱਚ ਕੋਈ ਚੀਜ਼ ਹੈ ਹੀ ਨਹੀਂ, ਤੁਹਾਡੀ ਭਾਵਨਾ ਅਸਲ ਵਿੱਚ ਸਭ ਕੁਝ ਹੈ। ਤੁਹਾਡਾ ਭਾਵ, ਕਿ ਤੁਸੀਂ ਕਿਸ ਭਾਵ ਨਾਲ ਉਸ ਵਾਹਿਗੁਰੂ ਦਾ ਨਾਮ ਆਪਣੀ ਜ਼ੁਬਾਨ ਤੋਂ ਲੈਂਦੇ ਹੋ। ਤੁਸੀਂ ਸੁਣਿਆ ਹੋਵੇਗਾ ਕਿ ਇੱਕ ਇਸਤਰੀ, ਉਹਨਾਂ ਦੇ ਪਿੰਡ ਇੱਕ ਸਾਧੂ ਆਇਆ, ਉਹ ਉਹਦੀ ਸ਼ਰਨ ਵਿੱਚ ਗਈ ਤੇ ਸਾਧੂ ਨੂੰ ਕਹਿੰਦੀ ਹੈ ਕਿ ਘਰ ਵਿੱਚ ਦੁੱਖ ਰਹਿੰਦਾ ਹੈ, ਕਲੇਸ਼ ਰਹਿੰਦਾ ਹੈ, ਤੁਸੀਂ ਕਿਰਪਾ ਕਰੋ ਮੈਨੂੰ ਕੋਈ ਤਰੀਕਾ ਦੱਸ ਦਿਓ ਕਿ ਸਾਡੇ ਘਰੋਂ ਕਲੇਸ਼ ਮਿਟ ਜਾਏ। ਤਾਂ ਫਕੀਰ ਨੇ ਕਿਹਾ ਕਿ ਬੀਬਾ ਨਾਰਾਇਣ ਨਾਰਾਇਣ ਜਪਿਆ ਕਰ। ਉਹ ਬੜੀ ਅਸਮੰਜਸ ਵਿੱਚ ਫਸੀ। ਉਹ ਕਹਿੰਦੀ ਕਿ ਇਹ ਤੁਸੀਂ ਮੈਨੂੰ ਕੀ ਕਹਿ ਰਹੇ ਹੋ, ਸਾਡੇ ਘਰ ਦੇ ਵਿੱਚ ਆਪਣੇ ਪਤੀ ਦਾ ਨਾਮ ਨਹੀਂ ਲਈਦਾ। ਉਹ ਕਹਿੰਦਾ ਮੈਂ ਤੇਰੇ ਪਤੀ ਦਾ ਨਾਮ ਕਿੱਥੋਂ ਲਿਆ। ਉਹ ਕਹਿੰਦੀ ਜਿਹੜਾ ਤੁਸੀਂ ਸ਼ਬਦ ਵਰਤਿਆ ਨਾ, ਇਹ ਨਾਰਾਇਣ, ਇਹ ਮੇਰੇ ਪਤੀ ਦਾ ਨਾਮ ਹੈ। ਤੇ ਮੈਂ ਉਹਦਾ ਨਾਮ ਕਿਵੇਂ ਲਵਾਂਗੀ। ਸਾਧੂ ਨੇ ਕਿਹਾ ਕਿ ਮੈਂ ਤੈਨੂੰ ਤੇਰੇ ਪਤੀ ਦਾ ਨਾਮ ਲੈਣ ਲਈ ਨਹੀਂ ਕਹਿ ਰਿਹਾ, ਮੈਂ ਤੈਨੂੰ ਪ੍ਰਮਾਤਮਾ ਦਾ ਨਾਮ ਲੈਣ ਲਈ ਕਹਿ ਰਿਹਾ। ਉਹ ਵਿਚਾਰੀ ਦੁਬਿਧਾ ਵਿੱਚ ਫਸੀ ਕਿ ਹੁਣ ਕੀ ਕਰਾਂ। ਉਹ ਆ ਗਈ ਘਰ। ਹੁਣ ਸਾਡੇ ਪਿੰਡਾਂ ਵਿੱਚ ਅੱਜ ਵੀ ਇਹ ਰਿਵਾਜ ਹੈ ਕਿ ਇਸਤਰੀਆਂ ਆਪਣੇ ਪਤੀ ਦਾ ਨਾਮ ਲੈ ਕੇ ਨਹੀਂ ਬੁਲਾਉਂਦੀਆਂ। ਇਹਦੇ ਪਿੱਛੇ ਕੁਝ ਹੈ ਨਹੀਂ, ਇਹਦੇ ਵਿੱਚ ਸਿਰਫ ਇੱਕ ਸਤਿਕਾਰ ਹੈ, ਇੱਕ ਰਿਸਪੈਕਟ ਹੁੰਦੀ ਹੈ, ਹੋਰ ਕੁਝ ਵੀ ਨਹੀਂ ਹੈ।
ਤੇ ਉਸਨੇ ਵੀ ਹੁਣ ਕੀ ਕਰਾਂ ਮੈਂ, ਇਹ ਤੇ ਬੜੀ ਦੁਬਿਧਾ ਵਾਲੀ ਗੱਲ ਹੋ ਗਈ ਕਿ ਪ੍ਰਮਾਤਮਾ ਦਾ ਨਾਮ ਲੈਣਾ ਹੈ ਤੇ ਪ੍ਰਮਾਤਮਾ ਦਾ ਨਾਮ ਵੀ ਉਹ ਹੈ ਜੋ ਮੇਰੇ ਪਤੀ ਦਾ ਨਾਮ ਹੈ। ਉਸਨੇ ਆਪਣੇ ਛੋਟੇ ਪੁੱਤਰ ਦਾ, ਕਿਉਂਕਿ ਜਦੋਂ ਆਪਣੇ ਪਤੀ ਨੂੰ ਬੁਲਾਉਂਦੀ ਹੈ ਤਾਂ ਉਹਦਾ ਨਾਮ ਲੈ ਕੇ ਕਹਿੰਦੀ ਹੈ ਕਿ ਰਾਜੂ ਦੇ ਪਿਤਾ ਜਾਂ ਕੁਛ ਵੀ ਜੋ ਵੀ ਉਹਦਾ ਨਾਮ ਹੋਏਗਾ। ਹੁਣ ਉਹ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ ਆਪਣੇ ਛੋਟੇ ਪੁੱਤਰ ਦਾ ਨਾਮ ਲੈ ਕੇ ਕਿ ਫਲਾਣੇ ਦਾ ਪਿਤਾ, ਫਲਾਣੇ ਦਾ ਪਿਤਾ, ਫਲਾਣੇ ਦਾ ਪਿਤਾ। ਆਪਣੇ ਪੁੱਤਰ ਦਾ ਨਾਮ ਲੈ ਕੇ ਉਹ ਪ੍ਰਮਾਤਮਾ ਨੂੰ ਸਿਮਰਦੀ, ਕਿਉਂਕਿ ਪਤੀ ਦਾ ਨਾਮ ਲੈਣਾ ਨਹੀਂ। ਤੇ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਹੀ ਸਿਮਰਦੀ ਸਿਮਰਦੀ ਉਸ ਵਾਹਿਗੁਰੂ ਦੇ ਨਾਲ ਜੁੜ ਗਈ। ਨਾਮ ਵਿੱਚ ਕੁਛ ਨਹੀਂ ਹੈ, ਗੱਲ ਤੁਹਾਡੀ ਭਾਵਨਾ ਵਿੱਚ ਹੈ। ਨਾਮ ਚਾਹੇ ਨਾਰਾਇਣ ਹੋਵੇ ਤੇ ਚਾਹੇ ਹੋਵੇ ਰਾਮ ਤੇ ਚਾਹੇ ਕ੍ਰਿਸ਼ਨ, ਚਾਹੇ ਅੱਲਾ ਤੇ ਚਾਹੇ ਗੋਬਿੰਦ, ਚਾਹੇ ਗੋਪਾਲ, ਨਾਮ ਕੋਈ ਵੀ ਹੋਵੇ, ਗੱਲ ਸਿਰਫ ਇੰਨੀ ਹੈ ਕਿ ਉਸ ਨਾਮ ਨੂੰ ਲੈਣ ਲੱਗੇ ਸਾਡੀ ਭਾਵਨਾ ਕੀ ਹੈ, ਕਿੰਨੀ ਕੁ ਸ਼ਰਧਾ ਹੈ ਸਾਡੇ ਅੰਦਰ, ਕਿੰਨਾ ਕੁ ਸਤਿਕਾਰ ਹੈ ਸਾਡੇ ਅੰਦਰ, ਬਸ ਹੋਰ ਕੁਛ ਨਹੀਂ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਤੇਰੇ ਨਾਮ ਅਨੇਕਾਂ ਨੇ। ਵਾਹਿਗੁਰੂ ਦੇ ਨਾਮ ਅਨੇਕਾਂ ਹੋਣ ਦਾ ਕਾਰਨ ਹੈ ਕਿਉਂਕਿ ਉਹਦੇ ਗੁਣ ਅਨੇਕਾਂ ਨੇ। ਜੇ ਉਹਦਾ ਕੋਈ ਗੁਣ ਇੱਕ ਹੋਵੇ ਤਾਂ ਉਹਦਾ ਨਾਮ ਵੀ ਇੱਕ ਹੋਵੇ, ਪਰ ਉਹਦੇ ਗੁਣ ਬੇਅੰਤ ਨੇ, ਇਸ ਕਰਕੇ ਉਹਦੇ ਨਾਮ ਵੀ ਬੇਅੰਤ ਨੇ। ਤੇਰੇ ਨਾਮ ਅਨੇਕਾਂ, ਰੂਪ ਅਨੰਤਾਂ, ਉਹਦੇ ਰੂਪ ਵੀ ਬੜੇ ਅਨੰਤ ਨੇ, ਉਹਦੇ ਰੂਪਾਂ ਦਾ ਕੋਈ ਅੰਤ ਨਹੀਂ। ਆ ਜਿੰਨੇ ਰੂਪ ਇੱਥੇ ਨਜ਼ਰ ਆਉਂਦੇ ਨੇ ਨਾ, ਇਸਤਰੀਆਂ ਪੁਰਸ਼, ਇਹ ਸਭ ਪਰਮਾਤਮਾ ਦੇ ਰੂਪ ਨੇ। ਇਹ ਸਭ ਪਸ਼ੂ ਪੰਛੀ, ਇਹ ਉਹਦੇ ਹੀ ਰੂਪ ਨੇ। ਇਹ ਸਭ ਪੇੜ ਪੌਦੇ, ਇਹ ਉਹਦੇ ਹੀ ਨੇ। ਤੇ ਉਹਦਾ ਕੋਈ ਰੂਪ ਨਹੀਂ। ਆਕਾਸ਼, ਆਕਾਸ਼ ਦਾ ਕੋਈ ਰੂਪ ਹੁੰਦਾ? ਬਿਲਕੁਲ ਵੀ ਨਹੀਂ। ਮੇਰੇ ਤੇ ਤੁਹਾਡੇ ਵਿਚਕਾਰ ਜੋ ਸਪੇਸ ਹੈ, ਜੋ ਖਾਲੀ ਜਗ੍ਹਾ ਹੈ, ਇਹ ਆਕਾਸ਼ ਹੈ। ਇਹਦਾ ਕੋਈ ਰੂਪ ਹੈ? ਬਿਲਕੁਲ ਵੀ ਨਹੀਂ। ਇਹਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਇਹ ਪਕੜ ਵਿੱਚ ਆਉਂਦਾ ਹੈ। ਉਹ ਵਾਹਿਗੁਰੂ ਦਾ ਇਹ ਵੀ ਇੱਕ ਰੂਪ ਹੈ। ਇਸ ਲਈ ਇੱਥੇ ਸਭ ਕੁਝ ਉਹੀ ਹੈ, ਉਹਦੇ ਹੀ ਇਹ ਸਭ ਰੂਪ ਨੇ। ਕਿਸੇ ਰੂਪ ਵਿੱਚ ਉਹ ਕਿਸੇ ਤਰ੍ਹਾਂ ਖਿੜਿਆ, ਕਿਸੇ ਰੂਪ ਵਿੱਚ ਕਿਸੇ ਤਰ੍ਹਾਂ। ਜਿਵੇਂ ਗੁਲਾਬ ਦਾ ਫੁੱਲ, ਉਹ ਪੀਲਾ ਵੀ ਹੈ, ਉਹ ਸਫੇਦ ਵੀ ਹੈ, ਉਹ ਗੁਲਾਬੀ ਵੀ ਹੈ, ਉਹ ਹਲਕਾ ਗੁਲਾਬੀ ਵੀ ਹੈ, ਉਹ ਗਹਿਰਾ ਗੁਲਾਬੀ ਵੀ ਹੈ। ਗੁਲਾਬ ਤਾਂ ਇੱਕੋ ਹੀ ਹੈ, ਪਰ ਉਹਦੇ ਰੂਪ ਬੜੇ ਨੇ। ਬਸ ਐਸਾ ਹੀ ਵਾਹਿਗੁਰੂ ਇੱਕੋ ਹੀ ਹੈ, ਪਰ ਉਹਦੇ ਰੂਪ ਬਹੁਤ ਨੇ। ਤੇਰੇ ਨਾਮ ਅਨੇਕਾਂ, ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਹੇ ਵਾਹਿਗੁਰੂ ਤੇਰੇ ਗੁਣ ਕਿੰਨੇ ਕੁ ਨੇ, ਇਹ ਕਹੇ ਨਹੀਂ ਜਾ ਸਕਦੇ। ਇਹਨਾਂ ਨੂੰ ਬਿਆਨ ਕਰਨਾ ਬਹੁਤ ਔਖਾ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਤੇਰੇ ਹੀ ਖਾਤਰ ਹੀ ਇੱਥੇ ਸਾਰੀ ਦੁਨੀਆ ਭੱਜੀ ਫਿਰਦੀ ਹੈ। ਦੇਵਤੇ ਕੀ ਤੇ ਮਨੁੱਖ ਕੀ, ਪਸ਼ੂ ਪੰਛੀ ਕੀ, ਸਭ ਤੇਰਾ ਹੀ ਦੀਦਾਰ ਕਰਨ ਨੂੰ ਲੱਭਦੇ ਫਿਰਦੇ ਨੇ ਤੈਨੂੰ। ਦੇਵਤਿਆਂ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ। ਹੁਣ ਇਸ ਸ਼ਬਦ ਦੀ ਖੂਬਸੂਰਤੀ ਦੇਖਣਾ ਤੁਸੀਂ। ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਕਿ ਆਪ ਫਲਾਣਾ ਬੰਦਾ ਇੰਜ ਹੈ, ਫਲਾਣਾ ਇੰਜ ਨਾ। ਸਤਿਗੁਰੂ ਕਹਿੰਦੇ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਇਹ ਸਾਰੇ ਤੇਰੀ ਖਾਤਰ ਹੀ ਭੱਜੇ ਫਿਰਦੇ ਨੇ। ਦੇਵਤਿਆਂ ਨੇ ਦੁੱਖ ਸਹੇ, ਦੁੱਖ ਭੂਖ, ਭੁੱਖਾਂ ਸਹੀਆਂ, ਭੁੱਖੇ ਰਹੇ, ਦੁੱਖ ਸਹਾਰੇ। ਕਿਸ ਖਾਤਰ? ਤੇਰੀ ਖਾਤਰ, ਕਿ ਤੇਰਾ ਦੀਦਾਰ ਹੋ ਸਕੇ। ਦੇਵਤਿਆਂ ਦਰਸ਼ਨ ਕੈ ਤਾਈ, ਦੁੱਖ ਭੂਖ ਤੀਰਥ ਕੀਏ। ਤੀਰਥਾਂ ਦੀਆਂ ਯਾਤਰਾਵਾਂ ਕੀਤੀਆਂ, ਵੱਖ-ਵੱਖ ਤੀਰਥਾਂ ਤੇ ਇਸ਼ਨਾਨ ਕੀਤੇ ਕਿ ਵਾਹਿਗੁਰੂ ਮਿਲ ਪਵੇ। ਭੁੱਖੇ ਰਹੇ, ਦੁੱਖ ਵੀ ਸਹੇ, ਭੁੱਖ ਦਾ ਦੁੱਖ ਸਹਿਆ, ਹੋਰ ਸਾਰੇ ਦੁੱਖ ਸਹੇ।
कि ਉਹਦਾ ਦੀਦਾਰ ਹੋ ਜਾਏ, ਉਹਦਾ ਦਰਸ਼ਨ ਮਿਲ ਜਾਵੇ। जोगी जति जुगत में रहते, बड़े बड़े जोगी जति जति ਜਿਹੜੇ ਜਤ ਧਾਰਨ ਕਰਕੇ ਰੱਖਦੇ ਨੇ। ਜਤ ਧਾਰਨ ਕਰਨਾ ਮਤਲਬ ਕਿ ਜਿਹੜੇ ਕਿਸੇ ਤਰ੍ਹਾਂ ਦਾ ਸਰੀਰ ਦਾ ਸੰਬੰਧ ਨਹੀਂ ਕਿਸੇ ਨਾਲ ਜੋੜਦੇ, ਕਿਸੇ ਇਸਤਰੀ ਨਾਲ, ਕਿਸੇ ਪੁਰਸ਼ ਨਾਲ, ਕਿਸੇ ਨਾਲ ਵੀ ਜੋ ਸਰੀਰ ਦਾ ਸੰਬੰਧ ਨਾ ਜੋੜਨ, ਉਹਨਾਂ ਨੂੰ ਜਤੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਜੋਗੀ ਜਤੀ ਇਹ ਜੁਗਤ ਵਿੱਚ ਰਹਿੰਦੇ ਨੇ। ਜੁਗਤ ਮਤਲਬ ਮਰਿਆਦਾ ਵਿੱਚ, ਜੁਗਤੀ ਵਿੱਚ ਜੀਵਨ ਬਤੀਤ ਕਰਦੇ ਨੇ ਕਿ ਇਸ ਭਾਂਡੇ ਵਿੱਚ ਰੋਟੀ ਖਾਣੀ ਤਾਂ ਇਹਦੇ ਵਿੱਚ ਹੀ ਖਾਣੀ। ਰੋਟੀ ਖਾਣ ਦਾ ਢੰਗ ਆ ਹੈ ਤਾਂ ਇਹੀ ਹੈ, ਹੋਰ ਦੂਸਰਾ ਨਹੀਂ। ਜੇ ਵਿਆਹ ਨਹੀਂ ਕਰਾਉਣਾ ਤਾਂ ਨਹੀਂ ਕਰਾਉਣਾ, ਇਸਤਰੀ ਦਾ ਸੰਗ ਨਹੀਂ ਕਰਨਾ ਤਾਂ ਨਹੀਂ ਕਰਨਾ। ਆਹੀ ਉਹਨਾਂ ਦੀ ਜੁਗਤੀ ਹੈ, ਇਹੀ ਉਹਨਾਂ ਦੀ ਮਰਿਆਦਾ ਹੈ। किस खातर कि वाहिगुरु मिल पवे, परमेश्वर मिल पवे, सिर्फ इस खातर। इस्त्री नाल नफरत नहीं, विआह नाल कोई नफरत नहीं, परमात्मा नाल प्यार है, इसलिए उहदे प्यार दे सामने ये झूठा जिहा लगदा है। वाहिगुरु नाल जुड़ना है, इसलिए किसी होर नाल जुड़ना पसंद नहीं, किसी होर नाल कोई संबंध नहीं। इस करके इसलिए इस शब्द विचों कुछ भी नैगेटिव ना जानने का यतन करना, क्योंकि इत्थे हर चीज़ पॉजिटिव ही है। सतगुरु कहते जोगी जति तपी जिन्ने ने सब जिहड़े जुगती विच रहिंदे ने, मर्यादा विच रहिंदे ने, कर कर भगवे भेख पए, ते उन्हां ने भगवे भी धारण कर लए। रंग बरंगे कपड़े छड्ड के भगवा पहन लिया। तुसी जरा गौर करो कि असी हुण मन चाहुंदा कपड़ा पाउंदे आ, जिहड़ा रंग चंगा लगदा है असी वो पहनदे आ, पर तुसी सारा कुछ छड्ड के ये मर्यादा धारण कर लो जी, हुण तो मैं भगवा ही पाऊंगा, होर कोई रंग नहीं, होर कोई पहरावा नहीं, होर कुछ नहीं। वो भी सिंपल सादा जिहा, वो भी कोई बहुता डिजाइनर नहीं, बस भगवा ही पहनना। भगवे का भी एक अपना मतलब है। भगवा अग का प्रतीक हुंदा है। अग जोगियां का कपड़ा वो अग दे रंग जैसा हुंदा है। अग दे रंग तो मतलब चिखा दा रंग, कि चिखा दी लो वर्गा, कि चिखा दी लो वर्गा। वो प्रतीक है इस गल का कि भगवा पहन लिया, कल नूं इस शरीर ने इसे रंग दे रंग विच रंगिया जाना है, इन्हें इसे तरह चिखा दा रंग चढ़ जाना है। भगवा प्रेम दा रंग भी है, गेरुआ रंग, गेरुआ प्रेम दा रंग भी, कि उहदे रंग विच रंगे गए, उहदे प्रेम दे रंग विच। इसलिए प्रेमी मरिया होया ही हुंदा है, वो प्रेम विच मर जांदा है, इसलिए भगवा चिखा दा प्रतीक है। क्योंकि प्रेमी मर के ही बनिया जांदा है, जिहड़ा मरदा नहीं वो प्रेमी नहीं हुंदा। मरण तो मतलब ये नहीं कि अपने आप नूं मार लेना, मरण तो मतलब अपनी मैं नूं मार लेना हुंदा है, अपनी मर्जी नूं मार लेना हुंदा है। मालक जो कहे, जिहदे नाल प्रेम है वो जो कहे उही करना, ओदी खातर ही सब कुछ करना, अपनी कोई इच्छा नहीं, अपनी कोई कामना नहीं, कोई वासना नहीं, बस वही एक, उहदे प्रेम विच सब कुछ। इसलिए सतगुरु कहते जोगी जति जुगत में रहते, कर कर भगवें भेख पए, क्यों तो कारण साहिबा। हे वाहिगुरु सिर्फ तेरे करके रंग रते, तेरे रंग विच रंगे गए, तेरे नाम अनेका रूप अनंता, कहन ना जाई तेरे गुण केते रहाओ। दर घर महला हस्ती घोड़े, छोड़ विलायत देश गए। हे सच्चे पातशाह, इत्थे ऐसे बड़े लोग ने जिन्हां दे घर दे विच हाथी घोड़े सन, महल माड़ियां सी जिन्हां दे कोल, उन्हां ने सारा कुछ छड्ड दिता। छोड़ विलायत देश गए, छड्ड के विदेश चले गए। विलायत, विलायत तो मतलब ये नहीं कि किते कनेडा अमरीका चले गए, सब कुछ छड्ड छड़ा के
ਉਹ ਜੰਗਲਾਂ ਦੇ ਵਿੱਚ ਜਾ ਬੈਠੇ, ਦੂਰ ਚਲੇ ਗਏ, ਪਰਿਵਾਰ ਤੋਂ ਦੂਰ, ਪੈਸੇ ਤੋਂ ਦੂਰ, ਚੀਜ਼ਾਂ ਤੋਂ ਦੂਰ, ਮੋਟਰ ਕਾਰਾਂ ਗੱਡੀਆਂ ਤੋਂ ਦੂਰ, ਸਭ ਕਾਸੇ ਦਾ ਤਿਆਗ ਕਰਕੇ ਦੂਰ ਚਲੇ ਗਏ। ਬਿਲਕੁਲ ਸੰਨਿਆਸ ਲੈ ਲਿਆ, ਸਭ ਕੁਝ ਛੱਡ ਦਿੱਤਾ। ਦਰ ਘਰ ਮਹਿਲਾਂ ਹਸਤੀ ਘੋੜੇ ਛੋੜ ਬਲਾਇਤ ਦੇਸ਼ ਗਏ। ਪੀਰ ਪੈਗੰਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਏ ਪਏ। ਜਿੰਨੇ ਵੀ ਪੀਰ ਪੈਗੰਬਰ ਹੋਏ, ਸਾਦਿਕ ਔਲੀਏ ਫਕੀਰ ਸਾਧੂ ਸੰਤ, ਸਭ ਕੁਝ ਛੱਡ ਕੇ ਪਾਸੇ ਹੋ ਗਏ, ਜਿਵੇਂ ਇਹਦੇ ਵਿੱਚ ਕੁਝ ਹੈ ਹੀ ਨਹੀਂ। ਇੱਕ ਸੈਕਿੰਡ ਨਹੀਂ ਲਾਇਆ ਕਿ ਸਭ ਕੁਝ ਛੱਡ ਕੇ ਪਰੇ ਹੋ ਗਏ, ਸਭ ਕੁਝ। ਤੁਸੀਂ ਕਦੇ ਮਹਾਵੀਰ ਦਾ ਜੀਵਨ ਪੜ੍ਹਿਓ? ਇੱਕ ਸੈਕਿੰਡ ਨਹੀਂ ਲਾਇਆ, ਸਭ ਕੁਝ ਛੱਡ ਦਿੱਤਾ, ਇੱਥੋਂ ਤੱਕ ਕਿ ਸਰੀਰ ਦੇ ਕੱਪੜੇ ਤੱਕ ਵੀ ਲਾ ਕੇ ਪਾਸੇ ਹੋ ਗਏ ਕਿ ਛੱਡਤਾ ਸਭ ਕੁਝ ਇੱਕ ਪਲ ਵਿੱਚ। ਕਿਉਂਕਿ ਫੈਸਲਾ ਇਵੇਂ ਹੀ ਲਿਆ ਜਾਂਦਾ ਇੱਕ ਪਲ ਵਿੱਚ, ਸੋਚਾਂ ਵਿਚਾਰਾਂ ਨਾਲ ਨਹੀਂ। ਲੋਕ ਸੋਚਦੇ ਨੇ ਕਿ ਸੋਚਾਂਗੇ ਜੀ ਹਜੇ। ਆ ਕੁਝ ਦਿਨਾਂ ਤੋਂ ਮੈਨੂੰ ਇੱਕ ਬੰਦੇ ਦਾ ਫੋਨ ਆਉਂਦਾ ਹੈ, ਉਹ ਰੋਜ਼ ਕੋਈ ਨਾ ਕੋਈ ਸਵਾਲ ਕਰਦਾ ਹੈ, ਅੰਮ੍ਰਿਤ ਛਕਣਾ ਚਾਹੁੰਦਾ ਹੈ, ਪਰ ਉਹਦੇ ਬਹੁਤ ਸਾਰੇ ਸਵਾਲ ਨੇ, ਕਦੇ ਕੇਸਾਂ ਦੇ ਸੰਬੰਧ ਵਿੱਚ, ਕਦੇ ਕਕਾਰਾਂ ਦੇ ਸੰਬੰਧ ਵਿੱਚ, ਕਦੇ ਬਾਣੀ ਦੇ ਸੰਬੰਧ ਵਿੱਚ, ਕਦੇ ਅੰਮ੍ਰਿਤ ਦੇ ਸੰਬੰਧ ਵਿੱਚ, ਕਦੇ ਰਹਿਤ ਦੇ ਸੰਬੰਧ ਵਿੱਚ। ਰੋਜ਼ ਇਹ ਅੱਧਾ ਪੌਣਾ ਘੰਟਾ ਰੋਜ਼ ਗੁਜ਼ਰ ਜਾਂਦਾ ਮੇਰਾ। ਮੈਂ ਉਹਨਾਂ ਨੂੰ ਕਿਹਾ ਕਿ ਜੇ ਅੰਮ੍ਰਿਤ ਛਕਣਾ ਹੈ ਤਾਂ ਬਹੁਤੀਆਂ ਵਿਚਾਰਾਂ ਵਿੱਚ ਨਹੀਂ ਪਈਦਾ, ਜੇ ਨਹੀਂ ਛਕਣਾ ਤਾਂ ਪਾਸੇ ਹੋ ਜਾਓ ਬਸ। ਦੋ ਹੀ ਮਾਰਗ ਨੇ, ਜਾਂ ਅੱਗੇ ਵੱਧ ਜਾਓ ਜਾਂ ਪਿੱਛੇ ਹਟ ਜਾਓ। ਅੱਗੇ ਵੱਧ ਗਏ ਤਾਂ ਪਿੱਛੇ ਨਹੀਂ ਆ ਸਕਦੇ, ਹੁਣੇ ਪਿੱਛੇ ਮੁੜ ਜਾਓਗੇ ਤਾਂ ਇਹਦੇ ਵਿੱਚ ਭਲਾ ਹੈ, ਬਾਅਦ ਵਿੱਚ ਨਾ ਪਿੱਛੇ ਮੁੜਨਾ। ਬਹੁਤੇ ਲੋਕ ਅੰਮ੍ਰਿਤ ਛਕਣ ਤੋਂ ਬਾਅਦ ਪਿੱਛੇ ਮੁੜਦੇ ਨੇ, ਉਹਦਾ ਕੋਈ ਫਾਇਦਾ ਨਹੀਂ। ਬਾਅਦ ਵਿੱਚ ਕਹੋ ਜੀ ਸਾਡੇ ਤੋਂ ਹੁੰਦਾ ਨਹੀਂ, ਬਾਅਦ ਵਿੱਚ ਕਹੋ ਜੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਸਾਡੇ ਤੋਂ ਬਾਣੀ ਨਹੀਂ ਪੜ੍ਹੀ ਜਾਂਦੀ, ਫਿਰ ਨਹੀਂ ਕੋਈ ਐਕਸਕਿਊਜ਼, ਨੋ, ਫਿਰ ਨਹੀਂ, ਫਿਰ ਪਿੱਛੇ ਯੂ ਟਰਨ ਨਹੀਂ ਹੈ ਕਿ ਹੁਣ ਵਾਪਸ ਮੁੜ ਜਾਈਏ, ਨਾ, ਹੁਣ ਨਹੀਂ ਮੁੜ ਸਕਦੇ। ਇਸ ਲਈ ਹੁਣੇ ਮੌਕਾ ਹੈ, ਅੱਗੇ ਵਧਣਾ ਜਾਂ ਪਿੱਛੇ ਮੁੜਨਾ, ਫੈਸਲਾ ਕਰ ਲਓ। ਇਸੇ ਵੇਲੇ ਕਰਨਾ ਪਵੇਗਾ। ਜੇ ਤੁਸੀਂ ਸੋਚੋ ਕਿ ਹਾਲੇ ਥੋੜਾ ਕੁ ਸਮਾਂ ਹੋਰ ਲੰਘਾ ਲਵਾਂ ਫਿਰ ਅੰਮ੍ਰਿਤ ਛਕੂੰਗਾ, ਫਿਰ ਨਹੀਂ ਹੋਣਾ। ਕੁਝ ਸਮਾਂ ਪਹਿਲਾਂ ਕਿਸੇ ਨੇ ਕਿਹਾ ਜੀ ਮੈਂ ਚਾਹੁੰਦਾ ਕਿ ਮੈਂ ਆਪਣੇ ਅਗਲੇ ਜਨਮ ਦਿਨ ਤੇ ਅੰਮ੍ਰਿਤ ਛਕ ਲਵਾਂ। ਮੈਂ ਕਿਹਾ ਤੁਹਾਨੂੰ ਪਤਾ ਹੈ ਕਿ ਤੁਹਾਡਾ ਅਗਲਾ ਜਨਮ ਦਿਨ ਆਏਗਾ? ਵਾਹਿਗੁਰੂ ਦਾ ਭਾਣਾ ਐਸਾ ਹੀ ਕਿ ਉਹਨੇ ਅਗਲਾ ਜਨਮ ਦਿਨ ਆਪਣਾ ਦੇਖਿਆ ਹੀ ਨਹੀਂ। ਅਸੀਂ ਸੋਚਦੇ ਕਿ ਅਗਲੇ ਕੋਈ ਗੱਲ ਨਹੀਂ ਜੀ, ਅਗਾਂਹ ਸਹੀ ਇਸ ਵਾਰੀ, ਕਿਉਂਕਿ ਬੰਦਾ ਸੋਚਦਾ ਜਿੰਨਾ ਟਾਈਮ ਲੰਘਦਾ ਚੰਗਾ ਹੀ ਹੈ, ਲੰਘ ਜਾਏ ਐਵੇਂ। ਪਰ ਪਤਾ ਥੋੜੀ ਨਾ ਹੈ ਕਿ ਅਗਲੇ ਪਲ ਕੀ ਹੋਣ ਵਾਲਾ ਹੈ, ਅਗਲਾ ਸਾਲ ਅਸੀਂ ਦੇਖਾਂਗੇ ਜਾਂ ਨਹੀਂ, ਕੌਣ ਜਾਣਦਾ ਹੈ। ਇਸ ਲਈ ਇਸੇ ਵੇਲੇ ਤਤਕਾਲ ਕਿ ਸਭ ਕੁਝ ਛੱਡ ਕੇ ਚੱਲ ਹੋ ਤੁਰੇ ਉਧਰ। ਜਿਹੜਾ ਇਸ ਤਰ੍ਹਾਂ ਸਾਹਸ ਕਰਦਾ ਹੈ ਉਹੀ ਅੱਗੇ ਵੱਧ ਪਾਉਂਦਾ ਹੈ, ਦੂਸਰੇ ਦੇ ਵੱਸ ਦੀ ਗੱਲ ਨਹੀਂ, ਕਮਜ਼ੋਰ ਬੰਦੇ ਦੇ ਵੱਸ ਦੀ ਗੱਲ ਨਹੀਂ। ਕਮਜ਼ੋਰ ਮਤਲਬ ਸਰੀਰ ਕਰਕੇ ਨਹੀਂ ਹੈ ਕਿ ਸਰੀਰ 'ਚ ਤਾਕਤ ਨਹੀਂ, ਕਮਜ਼ੋਰ ਮਤਲਬ ਕਿ ਜਿਹੜਾ ਮਨ ਕਰਕੇ ਕਮਜ਼ੋਰ ਹੈ, ਜਿਹੜਾ ਫੈਸਲਾ ਲੈਣ ਵਿੱਚ ਅਸਮਰੱਥ ਹੈ। ਇਸ ਲਈ ਤਤਕਾਲ ਕਿ ਸਭ ਕੁਝ ਛੱਡ ਕੇ ਪਾਸੇ ਹੋ ਗਏ ਕਿ ਕੁਛ ਨਹੀਂ ਇਹਦੇ ਵਿੱਚ ਪਿਆ, ਚਲੋ ਤੁਰ ਪਏ ਗੁਰੂ ਦੇ ਮਗਰ, ਲੱਗ ਗਏ ਗੁਰੂ ਦੇ ਲੜ। ਛੋਡੀ ਦੁਨੀਆ ਥਾਏ ਪਏ, ਸਭ ਕੁਝ ਛੱਡ ਦਿੱਤਾ ਤੇ ਥਾਂ ਤੇ ਇੱਕ ਥਾਂ ਟਿੱਕ ਕੇ ਬਹਿ ਗਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਸਵਾਦਲੀਆਂ ਚੀਜ਼ਾਂ, ਸਵਾਦਲੇ ਰਸ ਕਸ। ਅਸੀਂ ਰਸਾਂ ਕਸਾਂ ਵਿੱਚ ਪਏ ਨਾ, ਜਰਾ ਜਿਹਾ ਵੀ ਸਬਜ਼ੀ ਵਿੱਚ ਨਮਕ ਘੱਟ ਹੋਵੇ ਤੇ ਸਾਡੇ ਘਰ 'ਚ ਕਲੇਸ਼ ਹੋ ਜਾਂਦਾ। ਇੱਦਾਂ ਹੀ ਹੁੰਦੀ ਨਾ, ਥੋੜਾ ਜਿਹਾ ਵੱਧ ਹੋ ਜਾਵੇ ਤਾਂ ਅਸੀਂ ਲੜ ਪੈਂਦੇ ਹਾਂ ਕੰਮ ਵਾਲੀ ਨਾਲ, ਉਹਦੇ ਗਲ ਪੈ ਜਾਂਦੇ ਆ ਕਿ ਤੈਨੂੰ ਪਤਾ ਨਹੀਂ ਲੱਗਦਾ, ਇਹ ਚੈੱਕ ਨਹੀਂ ਕਰ ਹੋਇਆ ਤੇਰੇ ਤੋਂ। ਸਤਿਗੁਰੂ ਕਹਿੰਦੇ ਸਾਰੇ ਰਸ ਕਸ ਛੱਡ ਦਿੱਤੇ, ਮਿਲ ਗਿਆ ਖਾਣ ਨੂੰ, ਲੂਣ ਵਾਲਾ ਮਿਲ ਗਿਆ ਤਾਂ ਵੀ, ਫਿੱਕਾ ਮਿਲ ਗਿਆ ਤਾਂ ਵੀ, ਕੋਈ ਫਰਕ ਨਹੀਂ ਪਿਆ, ਛੱਡ ਦਿੱਤਾ। ਵਾਹਿਗੁਰੂ ਦੇ ਰਸ ਦੇ ਸਾਹਮਣੇ ਆ ਸਾਰੇ ਰਸ ਫਿੱਕੇ ਪੈ ਗਏ।
साद, साद मतलब स्वाद, साद सहज सुख रस कस तजीअले, कापड़ छोड़े चमड़ लिए, कपड़ा छड्ड दिता। बहुत सारे जोगी वो किसी जानवर की खल पहन लेंदे ने, हिरन की खल, किसी होर पंच जानवर की खल वो शरीर के उत्ते धारण कर लेंदे ने, क्योंकि वो ज़्यादा निੱਘी हुंदी है। ज़्यादा जदों तुसीं सुमेर जां आ पर्वतां ते उन्हां थाई बैठे हुए जोगियां नूं देखोगे तो उन्होंने शरीर के उत्ते कपड़ा कोई नहीं लिया, बस एक चमड़े की खल लई हुई है किसी जानवर की, ਉਹਨੂੰ पहन के किसी होर ਨੂੰ ਪਹਿਨਣ ਦੀ ਲੋੜ नहीं, बाकी सब कपड़े ਛੱਡ ਦਿੱਤੇ। सतगुरु कहते छोड़े कपड़े छड़ दे, कापड़ छोड़े चमड़ लिए, दुखिए दर्द बंद दर तेरे, नाम रते दरवेश पे। दुखिए दर्द बंद वाहिगुरु दे दर ते आ गए, सब उहदे दर ते आके पुकारां करदे, उहदे नाम विच रंगे गए ते दरवेश हो गए, फकीर हो गए। नाम रत्ते दरवेश भए, खलड़ी खपरी लकड़ी चमड़ी, सिखा सूत धोती कीनी। खलड़ी, खलड़ी एक छोटा जिहा बटूआ कह लो, छोटा जिहा परस वॉलेट, ये जोगियां दे कोल हुंदी है खलड़ी। ਉਹਦੇ ਵਿੱਚ जोगी अपने पीण वास्ते खाण वास्ते कुछ थोड़ा बहुत समान रखता है। भंग भी जोगी ਉਹਦੇ ਵਿੱਚ ही रखते हैं, छोटी जी थैली कह लो चमड़े की। खलड़ी खपरी, खपरी खप्पर जिहदे ਵਿੱਚ जो कि भिक्षा मंगदा है, खपरी। लकड़ी डंडा धारी जोगी तुहानूं देखणगे, वो जदों बैठते हैं चौंकड़ा मार के तां ਉਹ एक चीज़ के उत्ते हथ रख के बैठते हैं, वो टी के आकार का बनया हुंदा है, इंग्लिश के टी वर्गा, उन्होंने डंडाधारी जोगी कहते हैं। वो खलड़ी खपरी लकड़ी चमड़ी, चमड़ी के चमड़े नूं धारण करने वाले, चमड़े किसी जानवर की खल हेठां विछा के बहन वाले, जां उसनूं अपने उपर ओढ़न वाले। सिखा सूत धोती कीनी, किसी ने जनेऊ पहन लिया, जनेऊ धारण कर लिया, धोती धारण कर ली ते बोधी धारण कर ली। किस खातर? वाहिगुरु की खातर, परमेश्वर की खातर। तू साहिब हों सांगी तेरा, हे सच्चे पातशाह तू मेरा मालक, मैं तेरा सांगी, तेरा सेवक। तू साहिब हों सांगी तेरा, प्रणवै नानक जात कैसी। हे नानक कैसी जात, ਉਹਦੇ ਅੱਗੇ ਕੋਈ ਜਾਤ ਨਹੀਂ, ਉਹਦੇ ਅੱਗੇ ਕੋਈ ਪਾਤ ਨਹੀਂ, ਉਹਦੇ ਅੱਗੇ ਕੱਖ ਵੀ ਨਹੀਂ ਹਾਂ ਅਸੀਂ। ਸਾਡੀਆਂ ਜਾਤਾਂ ਪਾਤਾਂ ਇਹ ਬੇਕਾਰ ਨੇ, ਕੁਛ ਨਹੀਂ। ਜਿਨ੍ਹਾਂ ਨੂੰ ਉਹਦੇ ਨਾਮ ਦਾ ਰੰਗ ਚੜਿਆ ਉਹੀ ਉਹਦੇ ਦਰ ਤੇ ਪ੍ਰਵਾਨ ਹੁੰਦੇ ਨੇ, ਦੂਸਰਾ ਕੋਈ ਨਹੀਂ ਪ੍ਰਵਾਨ ਹੁੰਦਾ। ਆ ਜਾਤਾਂ ਪਾਤਾਂ ਵਾਲੇ ਇਹ ਤਾਂ ਇੱਥੇ ਰਹਿ ਰੂ ਜਾਂਦੇ ਨੇ, ਉਹਦੇ ਦਰ ਤੇ ਤਾਂ ਉਹੀ ਅੱਪੜਦਾ ਜਿਹੜਾ ਉਹਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਤੋ ਕਾਰਨ ਸਾਹਿਬਾ रंग रत्ते, जिहड़े ओदी खातर रंग दे विच रंगे गए। सतगुरु रहमत करे ओदे नाम दा रंग सब नूं गुरु दे दरों लगे। होइयां भुल्लां दी खिमा सतगुरु जी अते आप सरबत संगत बख्शण जो भुल्लां ना चितारदे होए आखो जी वाहिगुरू जी का खालसा वाहिगुरू जी की फतेह।